परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। द्रौपदी राजा द्रुपद ਦੀ ਪੁੱਤਰੀ ਸੀ। ਇਸ ਨੂੰ ਪੰਜਾਂ ਪਾਂਡਵਾਂ ਨੇ ਸਵੰਬਰ ਵਿੱਚ ਅਰਜਨ ਨੇ ਜਿੱਤਿਆ ਸੀ। द्रौपदी ਦਾ ਪਹਿਲਾ ਨਾਮ ਕ੍ਰਿਸ਼ਨਾ ਸੀ। ਸਵੰਬਰ ਦੀ ਕਥਾ ਇਸ ਤਰ੍ਹਾਂ ਆਉਂਦੀ ਹੈ ਕਿ ਰਾਜੇ द्रुपद ਦੀ ਪ੍ਰਥਮ ਇੱਛਾ ਸੀ ਕਿ ਉਹ ਆਪਣੀ ਪੁੱਤਰੀ द्रौपदी ਦਾ ਵਿਆਹ ਪਾਂਡਵ ਪੁੱਤਰ ਅਰਜਨ ਨਾਲ ਕਰੇ, ਕਿਉਂਕਿ ਪਾਂਡਵ ਦੀ ਮੌਤ ਤੋਂ ਬਾਅਦ ਰਾਜ ਧ੍ਰਿਤਰਾਸ਼ਟਰ ਨੂੰ ਮਿਲ ਗਿਆ ਸੀ ਤੇ ਪਾਂਡਵ ਦੇ ਪੁੱਤਰਾਂ ਨੂੰ ਰਾਜ ਤੋਂ ਬਾਹਰ ਬ੍ਰਾਹਮਣਾਂ ਦੇ ਰੂਪ ਵਿੱਚ ਲੁਕ ਛਿਪ ਕੇ ਰਹਿਣਾ ਪੈਂਦਾ ਸੀ। ਧ੍ਰਿਤਰਾਸ਼ਟਰ ਦੇ ਪੁੱਤਰ ਦੁਰਯੋਧਨ ਉਹਨਾਂ ਨੂੰ ਮਾਰਨ 'ਤੇ ਤੁਲੇ ਹੋਏ ਸਨ ਤੇ ਰਾਜ ਨਹੀਂ ਸਨ ਦਿੰਦੇ। ਉਹ ਜੰਗਲਾਂ ਵਿੱਚ ਤੇ ਬਸਤੀਆਂ ਵਿੱਚ ਬ੍ਰਾਹਮਣਾਂ ਦੇ ਰੂਪ ਵਿੱਚ ਰਹਿੰਦੇ ਸਨ। ਰਾਜੇ द्रुपद ਨੇ ਆਪਣੀ ਰਾਜਧਾਨੀ ਵਿੱਚ द्रौपदी ਦਾ ਸਵੰਬਰ ਰਚਿਆ। ਉਸ ਸਵੰਬਰ 'ਤੇ ਬੜੇ ਬੜੇ ਰਾਜੇ ਦੇਵਤੇ ਤੇ ਰਿਸ਼ੀ ਮੁਨੀ ਆਏ ਕਿ ਸਵੰਬਰ ਦੀ ਖੇਡ ਨੂੰ ਜਿੱਤ ਕੇ द्रौपदी ਨੂੰ ਜਿੱਤਣਗੇ। ਸ਼ਰਤ ਇਹ ਰੱਖੀ ਗਈ ਸੀ, ਉੱਪਰ ਟੰਗੀ ਮੱਛੀ ਦੀ ਅੱਖ ਵਿੱਚ ਤੀਰ ਮਾਰਨਾ ਸੀ ਤੇ ਨਿਸ਼ਾਨਾ ਧਰਤੀ 'ਤੇ ਰੱਖੇ ਤੇਲ ਦੇ ਕੜਾਹੇ ਵੱਲ ਦੇਖ ਕੇ ਮੱਛੀ ਦੇ ਪ੍ਰਤੀਬਿੰਬ ਤੋਂ ਲੈਣਾ ਸੀ, ਮਤਲਬ ਕਿ ਉੱਪਰ ਨਹੀਂ ਸੀ ਦੇਖਣਾ। ਇਹ ਸ਼ਰਤ ਬੜੀ ਕਰੜੀ ਸੀ। ਵੱਡੇ ਵੱਡੇ ਰਾਜੇ ਬਹਾਦਰ ਸ਼ਰਤ ਪੂਰੀ ਨਾ ਕਰ ਸਕੇ। ਪਾਂਡਵਾਂ ਦਾ ਭਰਾ ਦੁਰਯੋਧਨ ਤੇ ਉਸਦੇ ਪੁੱਤਰ ਵੀ ਗਏ ਹੋਏ ਸਨ। ਉਹਨਾਂ ਵਿੱਚੋਂ ਕਿਸੇ ਨੂੰ ਸਫਲਤਾ ਨਹੀਂ ਸੀ ਹੋਈ। ਉਸ ਸਵੰਬਰ ਵਿੱਚ ਪੰਜੇ ਭਰਾ ਪਾਂਡੋ ਸਾਧੂਆਂ ਦੇ ਭੇਸ ਵਿੱਚ ਸਵੰਬਰ ਵਿੱਚ ਬੈਠੇ ਸਨ। ਜਦੋਂ ਕਿਸੇ ਨੇ ਬਾਜੀ ਨਾ ਜਿੱਤੀ ਤਾਂ ਆਪਣੇ ਵੱਡੇ ਭਰਾ ਯੁਧਿਸ਼ਟਰ ਦਾ ਇਸ਼ਾਰਾ ਦੇਖ ਕੇ ਅਰਜਨ ਸਭਾ ਵਿੱਚ ਤੀਰ ਕਮਾਨ ਲੈ ਕੇ ਉੱਠੇ। ਸਭਾ ਵਿੱਚ ਬੈਠੇ ਹੋਏ ਬੜੇ ਸੂਰਬੀਰ ਰਾਜੇ ਤੇ ਦੇਵਤੇ ਹੱਸ ਪਏ ਕਿ ਇੱਕ ਸੰਨਿਆਸੀ ਭਲਾ ਕਿਵੇਂ ਮੱਛੀ ਦੀ ਅੱਖ ਵਿੱਚ ਤੀਰ ਮਾਰੇਗਾ। ਜਦੋਂ ਕਿ ਹੋਰ ਕਿਸੇ ਨੂੰ ਸਫਲਤਾ ਨਹੀਂ ਹੋਈ, ਪਰ ਅਰਜਨ ਨੇ ਕੋਈ ਪਰਵਾਹ ਨਾ ਕੀਤੀ। ਕਈਆਂ ਨੇ ਆਖਿਆ, ਬ੍ਰਾਹਮਣ ਪੁੱਤਰ ਜੋ ਖੀਰ ਦਾ ਥਾਲ ਖਾ ਜਾਂਦੇ ਹਨ ਅੱਜ ਧਨੁਸ਼ ਲੈ ਕੇ ਆ ਗਏ ਹਨ। ਅਰਜਨ ਨੇ ਤੇਲ ਦੇ ਕੜਾਹੇ ਵੱਲ ਵੇਖਿਆ ਤੇ ਐਸਾ ਨਿਸ਼ਾਨਾ ਲਾਇਆ ਕਿ ਤੀਰ ਐਨ ਟਿਕਾਣੇ ਸਿਰ ਮੱਛੀ ਦੀ ਅੱਖ ਵਿੱਚ ਵੱਜਾ। ਉਹ ਮੱਛੀ ਚੱਕਰ ਕੱਟਦੀ ਹੋਈ ਧਰਤੀ 'ਤੇ ਆ ਡਿੱਗੀ। ਸਾਰੀ ਸਭਾ ਵਿੱਚ ਹੈਰਾਨੀ ਫੈਲ ਗਈ ਤੇ ਰਾਜੇ द्रुपद ਵੱਲੋਂ ਜੈ ਜੈਕਾਰ ਹੋਈ ਕਿ ਉਸ ਦੀ ਪੁੱਤਰੀ ਲਈ ਯੋਗ ਵਰ ਲੱਭ ਪਿਆ ਜੋ ਇਤਨਾ ਬਲੀ ਹੈ ਕਿ ਤੇਲ ਦੇ ਰਾਹੀਂ ਮੱਛੀ ਦੀ ਅੱਖ ਵਿੱਚ ਨਿਸ਼ਾਨਾ ਮਾਰ ਸਕਦਾ ਹੈ। ਉਹ ਲੋੜ ਪੈਣ 'ਤੇ ਦੁਸ਼ਟਾਂ ਨਾਲ ਵੀ ਲੜ ਸਕਦਾ ਸੀ। ਕ੍ਰਿਸ਼ਨਾ ਅਥਵਾ द्रौपदी ਨੂੰ ਭਰੀ ਸਭਾ ਵਿੱਚ ਜਿੱਤ ਕੇ ਅਰਜਨ ਤੇ ਉਸਦੇ ਭਾਈ ਆਪਣੇ ਜੰਗਲ ਦੇ ਘਰ ਵੱਲ ਆ ਗਏ, ਕਿਉਂਕਿ ਉਹ ਬ੍ਰਾਹਮਣਾਂ ਦੇ ਭੇਸ ਵਿੱਚ ਗੁਪਤਵਾਸ ਵਿੱਚ ਰਹਿੰਦੇ ਸਨ। ਤੇ ਅਰਜਨ ਨੇ ਘਰ ਦੇ ਬੂਹੇ ਅੱਗੇ ਆ ਕੇ ਆਪਣੀ ਮਾਂ ਕੁੰਤੀ ਨੂੰ ਆਵਾਜ਼ ਦਿੱਤੀ, ਮਾਂ ਬੂਹਾ ਖੋਲ ਤੇ ਬਾਹਰ ਆ ਕੇ ਵੇਖੋ, ਅਸੀਂ ਤੁਸਾਂ ਲਈ ਕਿਹੜੀ ਅਨੋਖੀ ਚੀਜ਼ ਲਿਆਏ ਹਾਂ। ਮਾਤਾ ਕੁੰਤੀ ਦਾ ਸੁਭਾਅ ਸੀ ਕਿ ਜੋ ਚੀਜ਼ ਉਸਦੇ ਪੁੱਤਰ ਲਿਆਉਂਦੇ ਸਨ ਉਹ ਉਹਨਾਂ ਨੂੰ ਵੰਡ ਕੇ ਖਾਣ ਜਾਂ ਵਰਤਣ ਲਈ ਆਗਿਆ ਦਿਆ ਕਰਦੀ ਸੀ। ਪਾਂਡਵ ਆਪਣੀ ਮਾਤਾ ਦੀ ਆਗਿਆ ਦਾ ਪਾਲਣ ਕਰਦੇ ਸਨ। ਕੁੰਤੀ ਨੇ ਆਪਣੇ ਨਿੱਤ ਦੇ ਸੁਭਾਅ ਅਨੁਸਾਰ ਆਖ ਦਿੱਤਾ, ਬੇਟਾ ਜੋ ਕੁਝ ਲਿਆਏ ਹੋ ਵੰਡ ਕੇ ਰੱਖ ਲਵੋ। ਉਸ ਨੂੰ ਪਤਾ ਨਹੀਂ ਸੀ ਕਿ ਉਹਦੇ ਪੁੱਤਰ ਐਸੀ ਚੀਜ਼ ਲਿਆਏ ਹਨ ਜੋ ਵੰਡੀ ਨਹੀਂ ਜਾ ਸਕਦੀ। ਕੁੰਤੀ ਨੇ ਜਦੋਂ ਬੂਹਾ ਖੋਲ੍ਹ ਕੇ ਦੇਖਿਆ ਕਿ ਇੱਕ ਰੂਪਵਤੀ ਰਾਜਕਨਿਆ ਉਸਦੇ ਪੁੱਤਰਾਂ ਦੇ ਨਾਲ ਖਲੋਤੀ ਸੀ ਤਾਂ ਉਹ ਬਹੁਤ ਹੈਰਾਨ ਹੋਈ, ਪਰ ਕਿਉਂਕਿ ਬਚਨ ਉਸਦੇ ਮੂੰਹੋਂ ਨਿਕਲ ਚੁੱਕਿਆ ਸੀ ਇਸ ਲਈ ਕ੍ਰਿਸ਼ਨਾ ਦਾ ਨਾਮ ਬਦਲ ਕੇ द्रौपदी ਰੱਖ ਦਿੱਤਾ ਗਿਆ ਤੇ ਉਹ ਪੰਜਾਂ ਪਾਂਡਵਾਂ ਦੀ ਦਾਸੀ ਬਣ ਕੇ ਰਹਿਣ ਲੱਗੀ। ਹੌਲੀ ਹੌਲੀ ਰਾਜੇ द्रौपद ਨੂੰ ਇਹ ਪਤਾ ਲੱਗ ਗਿਆ ਕਿ ਉਸਦੀ ਲੜਕੀ ਨੂੰ ਸਵੰਬਰ ਵਿੱਚ ਜਿੱਤਣ ਵਾਲਾ ਬ੍ਰਾਹਮਣ ਪੁੱਤਰ ਨਹੀਂ ਸਗੋਂ ਪਾਂਡਵ ਪੁੱਤਰ ਅਰਜੁਨ ਹੈ, ਜੋ ਰਾਜ ਭਾਗ ਖੁੱਸ ਜਾਣ ਕਾਰਨ ਬ੍ਰਾਹਮਣਾਂ ਦੇ ਭੇਸ ਵਿੱਚ ਦਿਨ ਕੱਟਦੇ ਹਨ। ਉਸਨੇ ਅਰਜਨ, ਕੁੰਤੀ ਤੇ ਉਸਦੇ ਭਾਈਆਂ ਨੂੰ ਆਪਣੇ ਰਾਜ ਵਿੱਚ ਸੱਦ ਕੇ द्रौपदी ਦਾ ਵਿਆਹ ਕੀਤਾ ਤੇ ਦੂਸਰੇ ਰਾਜਿਆਂ ਨਾਲ ਮਿਲ ਕੇ ਧ੍ਰਿਤਰਾਸ਼ਟਰ ਨੂੰ ਆਖ ਵੇਖ ਕੇ ਅੱਧਾ ਰਾਜ ਦਵਾ ਦਿੱਤਾ ਤੇ ਉਹ ਆਪਣੀ ਰਾਜਧਾਨੀ ਹਸਤਿਨਾਪੁਰ ਨੂੰ ਰਾਜ ਬਣਾ ਕੇ ਰਾਜ ਕਰਨ ਲੱਗੇ। ਪੰਜੇ ਭਰਾ ਬੜੇ ਮਹਾਬਲੀ ਸਨ, ਜਿਸ ਕਾਰਨ ਇਹਨਾਂ ਦੇ ਰਾਜ ਦੀ ਸੋਭਾ ਬਹੁਤ ਦੂਰ ਤੱਕ ਹੋਣ ਲੱਗੀ ਤੇ ਚੱਕਰਵਰਤੀ ਬਣਨ ਲਈ ਇਹਨਾਂ ਨੇ ਯੱਗ ਕੀਤਾ। ਰਾਜਸੂ ਜੱਗ ਪਿੱਛੋਂ ਉਹਨਾਂ ਦੀ ਵਡਿਆਈ ਹੋਰ ਵੀ ਵੱਧ ਗਈ।
ਤੇ ਇਹਨਾਂ ਨੇ ਹਸਤਿਨਾਪੁਰ ਵਿੱਚ ਐਸਾ ਮਹਿਲ ਬਣਾਇਆ ਜੋ ਬੜਾ ਅਨੋਖਾ ਸੀ। ਦੁਰਯੋਧਨ ਉਸ ਮਹਿਲ ਨੂੰ ਦੇਖਣ ਵਾਸਤੇ ਗਿਆ ਤਾਂ ਆਖਦੇ ਹਨ ਕਿ ਉਸ ਮਹਿਲ ਵਿੱਚ ਕਈ ਚੀਜ਼ਾਂ ਐਸੀਆਂ ਬਣੀਆਂ ਸਨ ਕਿ ਦੇਖਣ ਨੂੰ ਪਾਣੀ ਲੱਗਦਾ ਹੈ, ਪਰ ਅਸਲ ਵਿੱਚ ਫਰਸ਼ ਹੁੰਦਾ ਹੈ, ਤੇ ਜਿੱਥੇ ਫਰਸ਼ ਹੁੰਦਾ ਹੈ ਉੱਥੇ ਪਾਣੀ ਪ੍ਰਤੀਤ ਹੁੰਦਾ ਹੈ। ਵੇਖਦਾ ਵੇਖਦਾ ਦੁਰਯੋਧਨ ਐਸੇ ਸਥਾਨ ਤੇ ਪੁੱਜਾ ਜਿੱਥੇ ਅਸਲ ਪਾਣੀ ਸੀ, ਪਰ ਦੇਖਣ ਨੂੰ ਫਰਸ਼ ਲੱਗਦਾ ਸੀ। ਉਹ ਤੁਰਿਆ ਜਾਂਦਾ ਆਪਣੇ ਭਰਾਵਾਂ ਸਮੇਤ ਉਸ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਨੇ ਦੇਖ ਕੇ ਹਾਸੀ ਕੀਤੀ ਅਤੇ ਆਖ ਦਿੱਤਾ, ਅੰਨੇ ਦੀ ਔਲਾਦ ਆਖਰ ਅੰਨੀ ਹੈ। ਇਹ ਗੱਲ ਦੁਰਯੋਧਨ ਨੂੰ ਬੜੀ ਮਾੜੀ ਲੱਗੀ ਤੇ ਉਸਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਦ੍ਰੋਪਦੀ ਨੂੰ ਇੱਕ ਦਿਨ ਜ਼ਰੂਰ ਨੀਵਾਂ ਦਿਖਾਲੇਗਾ। ਉਹ ਆਪਣੀ ਰਾਜਧਾਨੀ ਵਿੱਚ ਗਿਆ ਤੇ ਉਸਨੇ ਪਾਂਡਵਾਂ ਦੇ ਵੱਡੇ ਭਰਾ ਧ੍ਰਿਤਰਾਸ਼ਟਰ ਨੂੰ ਜੂਆ ਖੇਡਣ ਦੀ ਪ੍ਰੇਰਨਾ ਕੀਤੀ। ਧ੍ਰਿਤਰਾਸ਼ਟਰ ਬੜਾ ਧਰਮੀ ਪੁਰਸ਼ ਸੀ, ਇਸ ਲਈ ਉਹ ਜੂਆ ਖੇਡਣਾ ਤਾਂ ਮੰਨ ਗਿਆ, ਪਰ ਅੰਦਰਲੇ ਵਲ ਛਲ ਨੂੰ ਨਹੀਂ ਸੀ ਜਾਣਦਾ। ਦੁਰਯੋਧਨ ਨੇ ਜੂਏ ਵਿੱਚ ਰਾਜ ਭਾਗ, ਹਾਥੀ ਘੋੜੇ, 5 ਭਰਾਵਾਂ ਦਾ ਸਰੀਰ ਤੇ ਦ੍ਰੋਪਦੀ ਨੂੰ ਜਿੱਤ ਲਿਆ। ਜਿਸ ਵੇਲੇ ਦ੍ਰੋਪਦੀ ਨੂੰ ਜਿੱਤਿਆ ਉਸ ਵੇਲੇ ਉਸਨੇ ਦੁਸ਼ਾਸਨ ਨੂੰ ਹੁਕਮ ਦਿੱਤਾ ਕਿ ਵਾਲਾਂ ਤੋਂ ਫੜ ਕੇ ਤੇ ਧਰੂ ਕੇ ਦ੍ਰੋਪਦੀ ਨੂੰ ਰਾਜ ਸਭਾ ਵਿੱਚ ਲਿਆਂਦਾ ਜਾਏ ਤੇ ਨਗਨ ਕੀਤਾ ਜਾਏ। ਕਿਉਂਕਿ ਦੁਰਯੋਧਨ ਨੇ ਬਦਲਾ ਲੈਣਾ ਸੀ, ਇਸ ਲਈ ਉਸਨੇ ਕਿਸੇ ਆਪਣੇ ਗੁਰਪੀਰ, ਬਜ਼ੁਰਗ ਤੇ ਅੰਨੇ ਬਾਪ ਧ੍ਰਿਤਰਾਸ਼ਟਰ ਦੀ ਗੱਲ ਵੀ ਨਾ ਮੰਨੀ ਤੇ ਦੁਸ਼ਾਸਨ ਨੂੰ ਹੁਕਮ ਦੇ ਦਿੱਤਾ। ਕਿਉਂਕਿ ਉਹ 5 ਪਾਂਡਵ ਆਪਣਾ ਸਰੀਰ ਜੂਏ ਵਿੱਚ ਹਾਰ ਚੁੱਕੇ ਸਨ ਤੇ ਉਹ ਦਾਸ ਬਣ ਗਏ ਸਨ, ਇਸ ਲਈ ਦੇਸ਼ ਦੀ ਮਰਿਆਦਾ ਅਨੁਸਾਰ ਉਹਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ। ਉਹਨਾਂ ਦੇ ਹੁੰਦਿਆਂ ਦੇਖਦਿਆਂ ਦ੍ਰੋਪਦੀ ਨੂੰ ਸਭਾ ਵਿੱਚ ਲਿਆਂਦਾ ਗਿਆ, ਜਿਸ ਦੇ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ, ਅੰਦਰ ਸਭਾ ਦੁਸ਼ਾਸਣੈ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, 5 ਪਾਂਡੋ ਵੇਖਦੇ ਔ ਘਟ ਰੁੱਧੀ, ਨਾਰ ਜਿਨ੍ਹਾਂ ਦੀ ਅੱਖੀ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੈ ਬਿਲ ਲਾਂਦੀ, ਕੱਪੜ ਕੋਟ ਉਸਾਰਿਓਨ ਥੱਕੇ ਦੂਤ ਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁੰਨਣ ਪਛੋਤਾਨ ਕਰਨ ਜਾਹੇ ਜਾਂਦੀ, ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਤੁਰਾਂਦੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦੁਸ਼ਾਸਨ ਵਾਲਾਂ ਤੋਂ ਫੜ ਕੇ ਦ੍ਰੋਪਦੀ ਨੂੰ ਸਭਾ ਵਿੱਚ ਲਿਆਇਆ। ਉਸਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਦ੍ਰੋਪਦੀ ਨੂੰ ਨੰਗਿਆ ਕਰੋ, ਜਿਹੜੀ ਕਿ 5 ਪਾਂਡਵਾਂ ਦੀ ਪਿਆਰੀ ਹੈ। ਜਦੋਂ ਉਸ ਵੇਲੇ ਐਸਾ ਹੋਣ ਲੱਗਾ ਤਾਂ 5 ਪਾਂਡਵ ਦੇਖੀ ਜਾਂਦੇ ਸਨ, ਜਿਨ੍ਹਾਂ ਦੀ ਇਸਤਰੀ ਇਸ ਤਰ੍ਹਾਂ ਦੁੱਖ ਵਿੱਚ ਫਸੀ ਪਈ ਸੀ, ਪਰ ਉਹ ਕੁਝ ਨਹੀਂ ਸੀ ਕਰ ਸਕਦੇ, ਕਿਉਂਕਿ ਜੂਏ ਵਿੱਚ ਆਪਣੇ ਆਪ ਨੂੰ ਹਾਰ ਕੇ ਦਾਸ ਬਣ ਚੁੱਕੇ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦ੍ਰੋਪਦੀ ਨੇ ਅੱਖਾਂ ਮੀਟ ਕੇ ਭਗਵਾਨ ਕ੍ਰਿਸ਼ਨ ਜੀ ਦਾ ਧਿਆਨ ਧਰਿਆ, ਬੇਨਤੀ ਕੀਤੀ ਕਿ ਉਸ ਦੀ ਲਾਜ ਸਭਾ ਵਿੱਚ ਰੱਖੀ ਜਾਏ। ਉਸ ਦੀ ਭਗਤੀ, ਉਸ ਦੀ ਆਤਮਾ ਦੀ ਪੁਕਾਰ ਸੁਣ ਕੇ ਦੂਰ ਬੈਠੇ ਭਗਵਾਨ ਕ੍ਰਿਸ਼ਨ ਜੀ ਨੇ ਐਸਾ ਮਾਇਆ ਦਾ ਜਾਲ ਤਣਿਆ ਕਿ ਜਿਉਂ-ਜਿਉਂ ਦ੍ਰੋਪਦੀ ਦੀ ਸਾੜੀ ਨੂੰ ਦੁਸ਼ਾਸਨ ਖਿੱਚਦਾ ਗਿਆ, ਤਿਉਂ-ਤਿਉਂ ਸਾੜੀ ਵੱਧਦੀ ਗਈ, ਇੱਥੋਂ ਤੱਕ ਕਿ ਢੇਰ ਲੱਗ ਗਿਆ, ਪਰ ਚੀਰ ਨਾ ਮੁੱਕਿਆ। ਇਸ ਅਲੌਕਿਕ ਕਰਾਮਾਤ ਨੇ ਸਾਰਿਆਂ ਨੂੰ ਸ਼ਰਮਾ ਦਿੱਤਾ ਤੇ ਦੁਰਯੋਧਨ ਤੇ ਉਸ ਦੀ ਸਭਾ ਦੇ ਹੋਰ ਲੋਕ ਹੈਰਾਨ ਹੋ ਕੇ ਡਰ ਗਏ, ਮਨ ਵਿੱਚ ਸ਼ਰਮਿੰਦਾ ਹੋਣ ਲੱਗੇ ਕਿ ਇਹ ਭਗਵਾਨ ਦੀ ਲੀਲਾ ਅਨੋਖੀ ਹੈ। ਹੋ ਸਕਦਾ ਹੈ ਕਿ ਦੁਰਯੋਧਨ ਤੇ ਉਸ ਦੇ ਭਾਈਆਂ ਨੂੰ ਕਿਸੇ ਨਵੀਂ ਵਿਪਤਾ ਵਿੱਚ ਪਾਏ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਆਖਿਰ ਦੁਰਯੋਧਨ ਨੇ ਉਸ ਨੂੰ ਨੰਗੀ ਕਰਨ ਦਾ ਖਿਆਲ ਛੱਡ ਦਿੱਤਾ ਤੇ ਉਸ ਨੂੰ ਘਰ ਨੂੰ ਘੱਲ ਦਿੱਤਾ। ਜਦੋਂ ਉਹ ਘਰ ਆਈ ਤਾਂ ਅੱਗੇ ਸ਼੍ਰੀ ਕ੍ਰਿਸ਼ਨ ਜੀ ਬੈਠੇ ਮੁਸਕਰਾ ਰਹੇ ਸਨ। ਉਹਨਾਂ ਦੇ ਚਰਨੀ ਲੱਗੀ ਤੇ ਬੇਨਤੀ ਕੀਤੀ ਹੈ, ਭਗਵਾਨ ਜੀ ਤੁਸੀਂ ਅਨਾਥਾਂ ਨੂੰ ਬਚਾਉਣ ਵਾਲੇ ਤੇ ਆਪਣੇ ਭਗਤਾਂ ਦੀ ਸੁਰੱਖਿਆ ਕਰਨ ਵਾਲੇ ਹੋ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਦਫਾ ਦ੍ਰੋਪਦੀ ਆਪਣੀਆਂ ਸਹੇਲੀਆਂ ਦੇ ਨਾਲ ਨਦੀ 'ਤੇ ਇਸ਼ਨਾਨ ਕਰਨ ਗਈ ਸੀ ਤੇ ਉੱਥੇ ਦੁਰਭਾਸ਼ਾ ਰਿਸ਼ੀ ਇਸ਼ਨਾਨ ਕਰ ਰਹੇ ਸਨ। ਦੇਵਨੇਤ ਨਾਲ ਉਹਨਾਂ ਦਾ ਕੱਪੜਾ ਦਰਿਆ ਵਿੱਚ ਰੁੜ ਗਿਆ। ਉਹਨਾਂ ਕੋਲ ਹੋਰ ਕੋਈ ਬਸਤਰ ਨਹੀਂ ਸੀ, ਇਸ ਲਈ ਪਾਣੀ ਵਿੱਚੋਂ ਬਾਹਰ ਨਹੀਂ ਸਨ ਨਿਕਲਦੇ। ਰਾਜਕਨਿਆ ਦ੍ਰੋਪਦੀ ਨੂੰ ਦੇਖ ਕੇ ਆਪਣੀ ਔਕੜ ਦੱਸੀ ਤਾਂ ਦ੍ਰੋਪਦੀ ਨੇ ਆਪਣਾ ਬਸਤਰ ਪਾੜ ਕੇ ਰਿਸ਼ੀ ਦੁਰਭਾਸ਼ਾ ਵੱਲ ਸੁੱਟਿਆ
ਇਸ ਤੋਂ ਦੁਰਭਾਸ਼ਾ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਤੇਰਾ ਦਾਨ ਕੀਤਾ ਹੋਇਆ ਇਹ ਚੀਰ ਕਿਸੇ ਦਿਨ ਤੇਰੀ ਪੱਤ ਰੱਖੇਗਾ। ਤਾਂ ਉਸ ਅਨੁਸਾਰ ਵੀ ਉਸ ਦੀ ਭਗਤੀ ਪੂਰੀ ਹੋਈ ਤੇ ਦ੍ਰੋਪਦੀ ਦੀ ਲਾਜ ਰਹੀ। ਦ੍ਰੋਪਦੀ ਦੀ ਕਥਾ ਦਾ ਭਾਵ ਅਰਥ ਇਹ ਹੈ ਕਿ ਜੋ ਕੋਈ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਔਕੜ ਵੇਲੇ ਉਸ ਦੀ ਸਹਾਇਤਾ ਕਰਦਾ ਹੈ। ਦ੍ਰੋਪਦੀ ਨੇ ਪ੍ਰਭੂ ਦੀ ਭਗਤੀ ਦਾ ਪਾਲਣ ਕੀਤਾ, ਇਸ ਲਈ ਔਕੜ ਵੇਲੇ ਮੰਦਕਰਮੀ ਦੁਰਯੋਧਨ ਆਪਣੀ ਇੱਛਾ ਪੂਰਨ ਨਾ ਕਰ ਸਕਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।